मैं समझदा कि चुनौती है कि उन्होंने घबराहट नज़र आ रही है। उन्होंने अपने घपलियां के जवाब देने पैणगे, उन्होंने जवाब देने पैणगे गुरु ग्रंथ साहिब के 267 ਸਰੂਪ कित्थे गए, बादल साहब कित्थे लै गए। उन्होंने जवाब देने पैणगे डेरे नूं माफ़ी किद्दां दित्ती गई। उन्होंने जवाब देने पैणगे कि बरगाड़ी च की होया सी। उन्होंने ये भी जवाब देने पैणगे कि जदों सरसा साहब ते कालका जी इलैक्शनां लड़े ने, इलैक्शनां च की वरत्या है, वो सारे इन्होंने जवाब देने पैणगे। गुरु ग्रंथ साहिब की प्रिंटिंग प्रैस होवे साडी और गुरु ग्रंथ साहिब के ਸਰੂਪ आ रहे ने SGPC तो क्यों? क्योंकि तुहाडा मटीरियल छपदा पिया इत्थे। ਅੱਜ ਦੀ ਡੇਟ ਦੇ ਵਿੱਚ ਮੈਂ ਅੱਗੇ ਤੁਹਾਨੂੰ ਦੱਸਿਆ ਸੀਗਾ ਕਿ ਅਕਾਲ ਤਖਤ ਸਾਹਿਬ ਦੇ ਸਾਹਮਣੇ ਤਿੰਨ ਗੱਲਾਂ ਦਾ ਨਵੇੜਾ ਹੋ ਗਿਆ ਸੀ। ਇੱਕ 10 ਲੱਖ ਦਾ ਕੇਸ ਇਹਨਾਂ ਨੇ ਮੇਰੇ 'ਤੇ ਪਾਇਆ। ਹਿੱਤ ਸਾਹਿਬ ਇਹਨਾਂ ਦੇ ਸੀਨੀਅਰ ਲੀਡਰ ਨੇ, ਉਹਨਾਂ ਨੇ ਅਕਾਲ ਤਖਤ ਦੇ ਸਾਹਮਣੇ ਕਿਹਾ ਕਿ ਝੂਠੇ ਕਾਗਜ਼ ਬਣਾ ਕੇ ਕੇਸ ਪਾਇਆ ਸਰਸੇ ਨੇ। ਕਾਲਕਾ ਜੀ ਬਿਆਨ ਆਪਣੇ ਕਰਪਸ਼ਨ ਦੇ ਦੇਣ, ਸਿਰਸਾ ਸਾਹਿਬ ਦੇਣ, ਉਹਨਾਂ ਦੀ ਗੱਲ ਦਾ ਮੈਂ ਵਜ਼ਨ ਰੱਖਦਾ ਵਾਂ। ਬਾਕੀ ਹੋਰ ਕੌਣ ਬੋਲਦਾ, ਉਹਨਾਂ ਨੇ ਬੜੇ ਬੰਦੇ ਰੱਖੇ ਨੇ ਬੋਲਣ ਵਾਸਤੇ, ਉਹ ਜੋ ਮਰਜ਼ੀ ਬੋਲਦੇ ਰਹਿਣ। ਕਿ ਇੱਕ ਵਾਰੀ ਕਹਿੰਦੇ ਨੇ ਕਿ 150 ਕਰੋੜ ਦਾ ਸਕੂਲ ਹਿੱਤ ਸਾਹਿਬ ਨੇ ਬਿਆਨ ਦਿੱਤਾ ਸੀਗਾ ਕਿ ਉਹ ਕਰੋਲ ਬਾਗ ਪ੍ਰੋਪਰਟੀ ਵੇਚ ਦਿੱਤੀ। ਮੈਂ ਕਿਹਾ ਮੈਨੂੰ ਉਹ ਪ੍ਰੋਪਰਟੀ ਦਿਖਾ ਦਿਓ, 1 ਰੁਪਏ 'ਚ ਵਾਪਸ ਦੇ ਦਿਆਂਗਾ। ਅਗਲੇ ਦਿਨ ਚੁੱਪ ਹੋ ਗਏ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਸਮਾਂ ਜਿਹੜਾ ਨੇੜੇ ਆ ਗਿਆ, ਕਮੇਟੀਆਂ ਵੀ ਬਣਾ ਦਿੱਤੇ ਗਏ ਨੇ, ਚੋਣ ਕਮਿਸ਼ਨ ਨਾਲ ਬੈਠਕ ਵੀ ਹੋ ਚੁੱਕੀ ਹੈ। ਕਿਸ ਤਰ੍ਹਾਂ ਦੇ ਪ੍ਰਬੰਧ ਹੋਣਗੇ, ਸਮੇਂ ਸਿਰ ਚੋਣਾਂ ਹੋਣਗੀਆਂ ਅਤੇ ਕੀ ਰਣਨੀਤੀਆਂ ਉਹਦੀਆਂ ਹੋਣਗੀਆਂ, ਇਸੇ ਵਿਸ਼ੇ 'ਤੇ ਗੱਲਬਾਤ ਕਰਨ ਲਈ ਜਾਗੋ ਪਾਰਟੀ ਦੇ ਪ੍ਰਧਾਨ ਜਿਹੜੇ ਨੇ ਸਾਡਾ ਮੌਜੂਦ ਨੇ, ਸਰਦਾਰ ਮਨਜੀਤ ਸਿੰਘ ਜੀ ਕੇ, ਇਹਨਾਂ ਨਾਲ ਗੱਲ ਕਰਾਂਗੇ। ਸਰ, ਕਿਸ ਤਰ੍ਹਾਂ ਦੀ ਰਣਨੀਤੀ ਹੁਣ ਜਿਹੜੀ ਬਣੀ ਹੈ, ਸਮੇਂ ਸਿਰ ਚੋਣਾਂ ਹੋਣਗੀਆਂ, ਬੈਠਕਾਂ ਵੀ ਹੋ ਚੁੱਕੀਆਂ ਨੇ, ਕਮੇਟੀ ਵੀ ਬਣ ਚੁੱਕੀ ਹੈ, ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਚੋਣਾਂ ਵੀ ਦੇਖਣ ਨੂੰ ਮਿਲਿਆ? ਦੇਖੋ, ਜਿੱਥੋਂ ਤੱਕ ਡਾਇਰੈਕਟਰ ਇਲੈਕਸ਼ਨ ਗੁਰਦੁਆਰਾ ਹੈਗੇ ਨੇ ਦਿੱਲੀ ਸਰਕਾਰ ਥੱਲੇ ਆਉਂਦੇ ਨੇ, ਉਹ ਬੜੇ ਕਲੀਅਰ ਨੇ। ਉਹਨਾਂ ਨੇ 2-3 ਪ੍ਰੈਸ ਰਿਲੀਜ਼ ਵੀ ਦਿੱਤੀਆਂ ਨੇ, ਪ੍ਰੈਸ ਨੂੰ ਐਡਰੈਸ ਵੀ ਕੀਤਾ, ਸਾਡਾ ਵੀ ਮੀਟਿੰਗਾਂ ਲਈਆਂ ਕਿ ਅਸੀਂ ਇਲੈਕਸ਼ਨ ਲੇਟ ਨਹੀਂ ਹੋਣ ਦੇਣੀ। ਨੰਬਰ 1। ਨੰਬਰ 2, ਕਿਉਂਕਿ ਕੋਵਿਡ ਕਰਕੇ ਘਰੋਂ ਕਰੀ ਜਾਣਾ ਔਖਾ ਹੈਗਾ, ਕੋਈ ਦਰਵਾਜ਼ਾ ਖੋਲ੍ਹੇ ਨਾ ਖੋਲ੍ਹੇ, ਫਿਰ ਉਹਨੇ ਮਾਸਕ ਪਾਏ ਨੇ, ਕੌਣ ਹੈ ਕੌਣ ਨਹੀਂ, ਆਈਡੈਂਟੀਫਿਕੇਸ਼ਨ ਮੁਸ਼ਕਿਲ ਹੈ। ਜਿਹੜੀ ਆਰਡਰ ਸੀ ਕੋਰਟ ਦਾ ਕਿ ਨਵੀਆਂ ਲਿਸਟਾਂ ਬਣ ਗਈਆਂ, ਦੈਟ ਇਜ਼ ਨਾਟ ਪੋਸੀਬਲ। ਉਹ ਕਹਿੰਦੇ ਫਿਲਹਾਲ ਅਸੀਂ ਕੋਰਟ ਦੇ ਕੋਲੋਂ ਪਰਮਿਸ਼ਨ ਲੈ ਕੇ ਅਸੀਂ ਪੁਰਾਣੀਆਂ ਲਿਸਟਾਂ ਨੂੰ ਹੀ ਠੀਕ ਕਰਕੇ ਜਿਹੜੀਆਂ ਉਹਨਾਂ 'ਚ ਡਿਲੀਸ਼ਨ ਐਡੀਸ਼ਨ ਕਰਨੀ ਉਹ ਕਰਾਂਗੇ। ਔਰ ਕੁਛ ਉਹਨਾਂ ਨੇ ਗੱਲ ਕੀਤੀ ਸੀ ਕਿ MLA ਦੀਆਂ ਜਿਹੜੀਆਂ ਵੋਟਾਂ ਹੁਣੇ ਪਈਆਂ ਨੇ ਜਨਵਰੀ 'ਚ, ਉਹਦੇ ਵਿੱਚੋਂ ਅਸੀਂ ਸਿੱਖਾਂ ਦੀ ਵੋਟਾਂ ਕੱਢ ਕੇ ਔਰ ਉਸ ਨੂੰ ਫਿਰ ਵੈਰੀਫਾਈ ਕਰਨਾ ਪਏਗਾ, ਕਿਉਂਕਿ ਗੁਰਦੁਆਰਾ ਐਕਟ ਦੇ ਹਿਸਾਬ ਨਾਲ ਵੋਟ ਬਣਨੀ ਚਾਹੀਦੀ, ਉਸ ਤੋਂ ਬਗੈਰ ਨਹੀਂ ਬਣਨੀ ਚਾਹੀਦੀ। ਮੀਟਿੰਗ ਹੋਈ ਸੀ ਸਾਰੇ ਦਲਾਂ ਦੀ, ਉਹਦੇ 'ਚ ਇਹੀ ਹੋਇਆ ਸੀਗਾ ਕਿ ਇਲੈਕਸ਼ਨ ਟਾਈਮ ਸਿਰ ਹੋਣੀ ਚਾਹੀਦੀ ਹੈ। ਫੈਬਰਰੀ ਡਿਊ ਹੈ 21 'ਚ, ਮੈਨੂੰ ਲੱਗਦਾ ਹੈ April March ਤੱਕ ਇਹ ਇਲੈਕਸ਼ਨ ਹੋਣੀ ਚਾਹੀਦੀ ਹੈ। ਸਰ, ਇੱਕ ਸੌਫਟਵੇਅਰ ਦੀ ਗੱਲ ਕੀਤੀ ਜਾ ਰਹੀ ਸੀ ਆਈਡੈਂਟੀਫਿਕੇਸ਼ਨ ਵਾਸਤੇ, ਕਿਉਂਕਿ ਕਰੋਨਾ ਵਾਇਰਸ ਦੀ ਜਿਹੜੀ ਮਹਾਂਮਾਰੀ ਚੱਲ ਰਹੀ ਹੈ, ਉਸ ਨੂੰ ਵੋਟਿੰਗ ਨੂੰ ਲੈ ਕੇ ਵੀ ਕਿਸ ਤਰ੍ਹਾਂ ਦੇ ਪ੍ਰਬੰਧ ਹੋਣਗੇ ਅਤੇ ਸੌਫਟਵੇਅਰ ਦੀ ਕੀ ਜਾਣਕਾਰੀ? ਇੱਕ ਤਾਂ ਸੌਫਟਵੇਅਰ ਜਿਹੜਾ ਉਹਨਾਂ ਨੇ ਵੈਰੀਫਾਈ ਕਰਨਾ ਉਹ ਕਰਨਗੇ। ਇੱਕ ਮੈਂ ਉਹਨਾਂ ਨੂੰ ਆਖਿਆ ਸੀ ਕਿ 18 ਸਾਲ ਦਾ ਵੋਟਰ ਸਾਡੇ ਐਲੀਜੀਬਲ ਹੈ, ਔਨਲਾਈਨ ਕਿਉਂ ਨਹੀਂ ਖੋਲ੍ਹਦੇ ਪਏ? ਔਨਲਾਈਨ ਜਿਹੜਾ ਬੰਦਾ ਅਪਲਾਈ ਕਰਦਾ ਫਿਰ ਘਰੋਂ ਘਰੀ ਜਾ ਕੇ ਉਸ ਨੂੰ ਵੈਰੀਫਾਈ ਕੀਤਾ ਜਾ ਸਕਦਾ। ਔਰ ਅੱਜ ਕੱਲ੍ਹ ਸਾਰੇ ਕੰਪਿਊਟਰ ਸਾਵੀ ਨੇ, ਔਰ ਜਿਹੜਾ ਬੱਚਾ 18 ਸਾਲ ਦਾ ਹੋਇਆ ਉਹਨੂੰ ਸ਼ੌਂਕ ਹੁੰਦਾ ਆਪਣੀ ਵੋਟ ਬਣਾਉਣ ਦਾ। ਇਹ ਵੀ ਉਹਨਾਂ ਨੇ ਸੁਜੈਸ਼ਨ ਦਿੱਤੀ ਸੀ, ਉਹਨਾਂ ਨੇ ਇਸ ਨੂੰ ਕੰਸੀਡਰ ਕਰ ਰਹੇ ਨੇ। ਔਰ ਉਸ ਤੋਂ ਇਲਾਵਾ ਤੁਸੀਂ ਆਖਿਆ ਜਿਹੜਾ ਕਿ ਬਈ ਜਿਹੜੀ ਵੋਟਾਂ ਕਿੱਦਾਂ ਪੈਣਗੀਆਂ, ਇਸ ਨੂੰ ਕੰਸੀਡਰ ਕਰ ਰਹੇ ਨੇ ਕਿ ਅੱਜ ਤੱਕ ਸਾਡੇ ਵਾਸਤੇ ਉਹ ਜਿਹੜੀ EW ਕੀ ਕਹਿੰਦੇ ਨੇ, ਇਸ ਨੂੰ ਮਸ਼ੀਨ ਜਿਹੜੀ ਹੁੰਦੀ ਹੈ EVM ਦੀ ਅੱਜ ਤੱਕ ਵਰਤੋਂ ਗੁਰਦੁਆਰਾ ਇਲੈਕਸ਼ਨ 'ਚ ਨਹੀਂ ਹੋਈ, ਅਤੇ ਉਹ ਕਹਿੰਦੇ ਸੀ ਕਿ ਅਸੀਂ ਕੋਸ਼ਿਸ਼ ਕਰਾਂਗੇ ਅਸੀਂ EVM ਲਗਾ ਕੇ ਹੀ ਵੋਟਾਂ ਪਵਾਈਏ। ਸਰ, ਜ਼ਾਹਿਰ ਜੀ ਗੱਲ ਹੈਗੀ ਹੈ, ਇਲੈਕਸ਼ਨ ਨੇੜੇ ਆ ਗਏ ਨੇ ਅਤੇ ਸਿਆਸਤ ਵੀ ਜਿਹੜੀ ਹੈ ਸਰਗਰਮ ਹੋ ਜਾਂਦੀ ਹੈ। ਤੁਹਾਨੂੰ ਚੋਣ ਸਿੰਬਲ ਮਿਲ ਚੁੱਕਿਆ, ਚੋਣ ਨਿਸ਼ਾਨ ਕਿਤਾਬ। ਹੁਣ ਵੱਖ-ਵੱਖ ਸਿਆਸੀ ਪਾਰਟੀਆਂ ਜਿਹੜੀਆਂ ਨੇ, ਹੁਣ ਦਿੱਲੀ ਕਮੇਟੀ ਨੂੰ ਲੈ ਲਓ, ਜਿਹੜੀ ਇਲਜ਼ਾਮ ਲਗਾਤਾਰ ਲਗਾ ਰਹੀ ਹੈ ਜੀ, ਇਹਨਾਂ 'ਤੇ ਕਿਤਾਬਾਂ ਦੇ ਇਲਜ਼ਾਮ ਨੇ, ਇਹਨਾਂ ਦੀ ਕਿਤਾਬ ਜਿਹੜੀ ਅਲਮਾਰੀ, ਵੱਖ-ਵੱਖ ਬਿਆਨਬਾਜ਼ੀ ਜਿਹੜੀ ਕਰਦੇ ਰਹਿੰਦੇ ਨੇ, ਅਤੇ ਤੁਹਾਨੂੰ ਲੱਗਦਾ ਚੁਣੌਤੀ ਕਿਸ ਤਰ੍ਹਾਂ ਦੀ ਇਸ ਵਾਰ? ਮੈਂ ਸਮਝਦਾ ਕਿ ਚੁਣੌਤੀ ਹੈ ਕਿ ਉਹਨਾਂ 'ਤੇ ਘਬਰਾਹਟ ਨਜ਼ਰ ਆ ਰਹੀ ਹੈ। ਉਹਨਾਂ ਨੂੰ ਆਪਣੇ ਘਪਲਿਆਂ ਦੇ ਜਵਾਬ ਦੇਣੇ ਪੈਣਗੇ, ਉਹਨਾਂ ਨੂੰ ਜਵਾਬ ਦੇਣੇ ਪੈਣਗੇ ਗੁਰੂ ਗ੍ਰੰਥ ਸਾਹਿਬ ਦੇ 267 ਸਰੂਪ ਕਿੱਥੇ ਗਏ, ਬਾਦਲ ਸਾਹਿਬ ਕਿੱਥੇ ਲੈ ਗਏ। ਉਹਨਾਂ ਨੂੰ ਜਵਾਬ ਦੇਣੇ ਪੈਣਗੇ ਡੇਰੇ ਨੂੰ ਮਾਫੀ ਕਿੱਦਾਂ ਦਿੱਤੀ ਗਈ। ਉਹਨਾਂ ਨੂੰ ਜਵਾਬ ਦੇਣੇ ਪੈਣਗੇ ਕਿ ਬਰਗਾੜੀ 'ਚ ਕੀ ਹੋਇਆ ਸੀ। ਉਹਨਾਂ ਨੂੰ ਇਹ ਵੀ ਜਵਾਬ ਦੇਣੇ ਪੈਣਗੇ ਕਿ ਜਦੋਂ ਸਰਸਾ ਸਾਹਿਬ ਤੇ ਕਾਲਕਾ ਜੀ ਇਲੈਕਸ਼ਨਾਂ ਲੜੇ ਨੇ, ਉਹ ਇਲੈਕਸ਼ਨਾਂ 'ਚ ਕੀ ਵਰਤਿਆ ਹੈ, ਉਹ ਸਾਰੇ ਇਹਨਾਂ ਨੂੰ ਜਵਾਬ ਦੇਣੇ ਪੈਣਗੇ। ਗੁਰੂ ਗ੍ਰੰਥ ਸਾਹਿਬ ਦੀ ਪ੍ਰਿੰਟਿੰਗ ਪ੍ਰੈਸ ਹੋਵੇ ਸਾਡੀ ਔਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆ ਰਹੇ ਨੇ SGPC ਤੋਂ ਕਿਉਂ? ਕਿਉਂਕਿ ਉਹ ਤੁਹਾਡਾ ਮਟੀਰੀਅਲ ਛਪਦਾ ਪਿਆ ਇੱਥੇ। ਮੈਂ ਸਮਝਦਾ ਵਾਂ ਕਿ ਇਲਜ਼ਾਮ ਲਾਣੇ ਬੜੇ ਸੌਖੇ ਨੇ, ਲੇਕਿਨ ਇਹਨਾਂ 'ਤੇ ਇੰਨੇ ਕੁ ਇਲਜ਼ਾਮ ਹੈ ਨੇ, ਉਹ ਵੀ ਇਹਨਾਂ ਨੂੰ ਫਿਰ ਦੇਣੇ ਪੈਣਗੇ। ਇਹ ਅੱਜ ਦੀ ਡੇਟ ਦੇ ਵਿੱਚ ਮੈਂ ਅੱਗੇ ਤੁਹਾਨੂੰ ਦੱਸਿਆ ਸੀਗਾ ਕਿ ਅਕਾਲ ਤਖਤ ਸਾਹਿਬ ਦੇ ਸਾਹਮਣੇ ਤਿੰਨ ਗੱਲਾਂ ਦਾ ਨਵੇੜਾ ਹੋ ਗਿਆ ਸੀ। ਇੱਕ 10 ਲੱਖ ਦਾ ਕੇਸ ਇਹਨਾਂ ਨੇ ਮੇਰੇ 'ਤੇ ਪਾਇਆ। ਹਿੱਤ ਸਾਹਿਬ ਇਹਨਾਂ ਦੇ ਸੀਨੀਅਰ ਲੀਡਰ ਨੇ, ਉਹਨਾਂ ਨੇ ਅਕਾਲ ਤਖਤ ਦੇ ਸਾਹਮਣੇ ਕਿਹਾ ਕਿ ਝੂਠੇ ਕਾਗਜ਼ ਬਣਾ ਕੇ ਕੇਸ ਪਾਇਆ ਸਰਸੇ ਨੇ।
ਜਿਹੜਾ ਸਕੂਲ ਹੈਗਾ ਹਰੀਨਗਰ ਸਕੂਲ, ਉਸ ਹਰੀਨਗਰ ਸਕੂਲ ਦਾ ਕੇਸ ਸਾਹਮਣੇ ਆਇਆ। ਉਹਦੇ ਉੱਤੇ ਵੀ ਹਿੱਸਾ ਸਾਹਿਬ ਨੇ ਅਕਾਲ ਤਖਤ ਸਾਹਿਬ ਦੇ ਸਾਹਮਣੇ, ਜਿੱਥੇ ਸਰਨਾ ਬੈਠਾ, ਸਰਸਾ ਸਾਹਿਬ ਬੈਠੇ, ਕਾਲਕਾ ਬੈਠਾ, ਮੈਂ ਬੈਠਾ, ਅਵਤਾਰ ਸਿੰਘ ਹਿੱਤ ਬੈਠੇ, ਉਹਨਾਂ ਨੇ ਕਿਹਾ ਜੀ ਮੈਨੂੰ ਚਿੱਠੀ ਜਿਹੜੀ ਹੈ ਉਹ ਸਰਸੇ ਨੇ ਦਿੱਤੀ ਹੈ। ਮੈਂ ਸਮਝਦਾ ਵਾਂ ਕਿ ਉਹ ਮੇਰੇ ਵੱਲ ਉਂਗਲ ਕਰਨ ਤੋਂ ਪਹਿਲੇ ਆਪਣੇ ਵੱਲ ਨੂੰ ਜਿਹੜੀਆਂ 4 ਉਂਗਲਾਂ ਜਾ ਰਹੀਆਂ ਉਹਦੇ ਜਵਾਬ ਦੇ ਦੇਣ। ਸਰ ਵੱਖ-ਵੱਖ ਇਲਜ਼ਾਮ ਜਿਹੜੇ ਲੱਗਦੇ ਨੇ ਕਰਪਸ਼ਨ ਦੇ ਉੱਤੇ, ਕਦੀ ਕਾਲਕਾ ਜੀ ਬਿਆਨ ਆਪਣੇ ਕਰਪਸ਼ਨ ਦੇ ਦੇਣ, ਸਿਰਸਾ ਸਾਹਿਬ ਦੇਣ, ਉਹਨਾਂ ਦੀ ਗੱਲ ਦਾ ਮੈਂ ਵਜ਼ਨ ਰੱਖਦਾ ਵਾਂ। ਬਾਕੀ ਹੋਰ ਕੌਣ ਬੋਲਦਾ, ਉਹਨਾਂ ਨੇ ਬੜੇ ਬੰਦੇ ਰੱਖੇ ਨੇ ਬੋਲਣ ਵਾਸਤੇ, ਉਹ ਜੋ ਮਰਜ਼ੀ ਬੋਲਦੇ ਰਹਿਣ। ਕਿ ਇੱਕ ਵਾਰੀ ਕਹਿੰਦੇ ਨੇ ਕਿ 150 ਕਰੋੜ ਦਾ ਸਕੂਲ ਹਿੱਸਾ ਸਾਹਿਬ ਨੇ ਬਿਆਨ ਦਿੱਤਾ ਸੀਗਾ ਕਿ ਉਹ ਕਰੋਲ ਬਾਗ ਪ੍ਰਾਪਰਟੀ ਵੇਚ ਦਿੱਤੀ। ਮੈਂ ਕਿਹਾ ਮੈਨੂੰ ਉਹ ਪ੍ਰਾਪਰਟੀ ਦਿਖਾ ਦਿਓ, 1 ਰੁਪਏ 'ਚ ਵਾਪਸ ਦੇ ਦਿਆਂਗਾ। ਅਗਲੇ ਦਿਨ ਚੁੱਪ ਹੋ ਗਏ। ਇੱਕ ਦਿਨ ਕਹਿੰਦੇ ਨੇ ਕਿ 70 ਲੱਖ ਰੁਪਇਆ ਪੰਜਾਬੀ ਬਾਗ ਸਕੂਲ ਦੇ ਵਿੱਚੋਂ ਗਵਨ ਹੋ ਗਿਆ, ਮਨਜੀਤ ਸਿੰਘ ਨੇ ਤੇ ਉੱਥੋਂ ਦੇ ਬਰਸਲ ਨੇ ਮਿਲ ਕੇ ਕੀਤਾ। ਉਹ ਕੇਸ ਕਿੱਥੇ ਹੈ? ਇਹ ਸਾਰੀਆਂ ਚੀਜ਼ਾਂ ਨਵੇਂ ਬਿਆਨ, ਮਤਲਬ ਤੁਹਾਨੂੰ ਅੱਜ 2-2.5 ਸਾਲ ਤੋਂ ਤੁਸੀਂ ਉੱਥੇ ਕਾਬਜ਼ ਹੋ, ਤੁਹਾਨੂੰ ਹਲੇ ਤੱਕ ਕੋਈ ਕਾਗਜ਼ ਨਹੀਂ ਲੱਭੇ, ਤੁਸੀਂ ਹਲੇ ਤੱਕ ਕੋਈ ਚੀਜ਼ ਨਹੀਂ ਪ੍ਰੂਫ ਕਰ ਸਕੇ। ਸੋ ਇਸ ਕਰਕੇ ਇਹਨਾਂ ਗੱਲਾਂ ਦਾ ਮੈਨੂੰ ਜਵਾਬ ਦੇਣ ਦੀ ਲੋੜ ਨਹੀਂ ਹੈਗੀ। ਸੰਗਤ ਦੀ ਕਚਹਿਰੀ 'ਚ ਜਾ ਰਹੇ ਹਾਂ, ਸੰਗਤ ਦੀ ਕਚਹਿਰੀ 'ਚ ਜਵਾਬ ਦੇਣੇ ਪੈਣਗੇ। ਸੰਗਤ ਜੋ ਫੈਸਲਾ ਕਰੇਗੀ ਉਸ ਨੂੰ ਅਸੀਂ ਮੰਨਾਂਗੇ। ਸਰ ਅਖੀਰ ਸਵਾਲ ਮੇਰਾ ਹੀ ਰਹੇਗਾ ਕਿ ਚੋਣਾਂ ਦੇ ਵਿੱਚ ਇੱਕ ਮੁੱਦਾ ਹੁੰਦਾ, ਅਸੀਂ ਆਹ ਕਰਾਂਗੇ ਸਿੱਖਾਂ ਦੇ ਵਾਸਤੇ, ਸਕੂਲਾਂ ਵਾਸਤੇ, ਸਟਾਫ ਵਾਸਤੇ, ਲੇਕਿਨ ਹਾਲੇ ਤੱਕ ਦਿੱਲੀ ਕਮੇਟੀ ਦਾ ਮੁੱਦਾ ਤੁਹਾਡੇ ਤੇ ਕਰਪਸ਼ਨ ਦੇ ਇਲਜ਼ਾਮ ਲਗਾਉਣ ਦਾ ਚੱਲ ਰਿਹਾ। ਤੁਹਾਡਾ ਕੀ ਟੀਚਾ ਇਸ ਵਾਰ? ਇਸ ਤਰ੍ਹਾਂ ਹੈ, ਮੇਰਾ ਪਿਛਲੇ 70 ਸਾਲ ਦਾ ਰਿਕਾਰਡ ਹੈ ਜਥੇਦਾਰ ਸੰਤੋਖ ਸਿੰਘ ਜੀ ਦਾ। ਕਿੰਨੇ ਸਕੂਲ, ਕਿੰਨੇ ਕਾਲਜ, ਕਿੰਨੀਆਂ ਜ਼ਮੀਨਾਂ, ਕਿੰਨੇ ਬਾਹਰਲੇ ਮਸਲੇ ਹੱਲ ਕੀਤੇ ਗਏ। ਮੇਰਾ ਰਿਕਾਰਡ ਹੈ ਪਿਛਲੇ 39 ਸਾਲ ਦਾ। ਇਹ ਸੱਜਣ ਕੁਮਾਰ ਕਿੰਨੇ ਅੰਦਰ ਪਾਇਆ? ਤੁਹਾਡੇ ਵੇਲੇ ਕਿਉਂ ਨਹੀਂ ਅੰਦਰ ਚਲੇ ਗਿਆ? 35 ਸਾਲ ਬਾਅਦ ਜਿਹੜੇ ਕੇਸ ਦੇ ਸਬੂਤ ਮੁੱਕ ਜਾਣ, ਅਸੀਂ ਚੁੱਕੇ ਨੂੰ ਅੰਦਰ ਕਰਾ ਦਿੰਦੇ ਹਾਂ। ਇਹ ਸੱਚ ਦੀ ਕੰਧ ਕਿੰਨੇ ਬਣਾ ਕੇ ਦਿੱਤੀ ਹੈ? ਇਹ ਲਾਲ ਕਿਲੇ ਤੇ ਇਤਿਹਾਸ ਕੌਣ ਲੈ ਕੇ ਆਇਆ? ਕਿਸੇ ਨੂੰ ਪਤਾ ਸੀ ਪੁੱਲ ਮਠਾਈ ਕੀ ਹੈ? ਕਿਸੇ ਨੂੰ ਪਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਕੀ ਹੈ? ਇਹ ਮੇਰੀ ਇੱਕ ਫਹਿਰਿਸਤ ਹੈ। ਲੋਕੀ ਤੇ ਜਦੋਂ ਇਲੈਕਸ਼ਨ ਲੜਦੇ ਨਾ ਤਾਂ ਚੰਦ ਤਾਰੇ ਦਿਖਾਉਂਦੇ ਕਿ ਮੈਂ ਤਾਰੇ ਤੋੜ ਕੇ ਲਿਆਵਾਂਗਾ। ਮੈਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ। ਮੇਰੀ ਜੋ ਪਿਛਲੀ ਪਰਫਾਰਮੈਂਸ ਉਹ ਦੇਖ ਲਓ। ਪਸੰਦ ਆਏ ਤਾਂ ਵੋਟ ਪਾਣਾ, ਨਹੀਂ ਪਸੰਦ ਆਏ ਤਾਂ ਜਿਹਨੂੰ ਮਰਜ਼ੀ ਜਿਤਾ ਲੈਣਾ। ਔਰ ਅਗਰ ਇਹ ਤੁਹਾਨੂੰ ਪਸੰਦ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੋਵੇ, ਜਿਹੜੇ ਬਠਿੰਡੇ ਦੀ ਇਲੈਕਸ਼ਨਾਂ ਦੇ ਵਿੱਚ, ਜਿਹੜੇ ਐਮਐਲਏ ਦੀ ਇਲੈਕਸ਼ਨਾਂ ਦੇ ਵਿੱਚ ਗੁਰੂ ਦੀ ਗੋਲਕ ਵਰਤਦੇ ਰਹੇ ਹੋਣ, 28-28 ਲੱਖ ਦੇ ਪਿਕਚਰਾਂ ਦਿਖਾਉਂਦੇ ਹੋਣ, ਮੈਂ ਸਮਝਦਾ ਵਾਂ ਕਿ ਸੰਗਤ ਫੈਸਲਾ ਕਰ ਲਵੇ ਕੌਣ ਚਾਹੀਦਾ। ਅਸੀਂ ਹੋ ਸਕਦਾ ਸੰਗਤ ਕੋਈ ਨਵਾਂ ਚੰਨ ਚਾੜਨਾ ਚਾਹੁੰਦੀ ਹੋਵੇ, ਕੋਈ ਨਵੇਂ ਚਿਹਰੇ ਲਿਆਉਣਾ ਚਾਹੁੰਦੀ ਹੋਵੇ। ਇਹ ਫੈਸਲਾ ਸੰਗਤ ਦਾ ਹੋਏਗਾ। ਸੋ ਆਉਣ ਵਾਲੇ ਸਮੇਂ 'ਚ ਬੜਾ ਕੁਝ ਸਾਹਮਣੇ ਆਏਗਾ। ਹਾਂ, ਤੁਸੀਂ ਮੇਰਾ ਏਜੰਡਾ ਪੁੱਛਿਆ, ਐਜੂਕੇਸ਼ਨ ਦੇ ਮਾਮਲੇ 'ਚ ਮਿਨੋਰਟੀਜ਼ ਕਿੰਨੇ ਸਟੇਟਸ ਲੈ ਕੇ ਦਿੱਤਾ। ਮੈਂ ਇਹ ਸਮਝਦਾ ਵਾਂ ਕਿ ਜਿਹੜੇ ਕੰਮ ਅਸੀਂ ਕੀਤੇ ਨੇ, ਮਿਨੋਰਟੀ ਐਜੂਕੇਸ਼ਨ ਲਈ ਅਸੀਂ ਕਿੰਨੇ ਫੰਡ ਲੈ ਕੇ ਦਿੱਤੇ, ਇਹ ਸਾਰਾ ਲੋਕਾਂ ਦੇ ਦਿਲਾਂ 'ਤੇ ਲਿਖਿਆ ਹੋਇਆ ਔਰ ਉਹੀ ਸਾਡਾ ਏਜੰਡਾ। ਆਉਣ ਵਾਲੇ ਸਮੇਂ 'ਚ ਇਸ ਕੰਮ ਨੂੰ ਹੋਰ ਵਧਾਵਾਂਗੇ। ਕਿਤਾਬ ਸਾਨੂੰ ਸਿੰਬਲ ਮਿਲਿਆ, ਉਹ ਬੜੇ ਤੰਜ਼ ਕੱਸਦੇ ਪਏ ਨੇ, ਲੇਕਿਨ ਇਹ ਸਮਝ ਲਓ ਜੇ ਧਰਮ ਦੇ ਵਾਲੇ ਪਾਸੇ ਜਾਣਾ, ਬਾਣੀ ਵਾਲੇ ਪਾਸੇ ਕਿਤਾਬ ਚਾਹੀਦੀ ਹੈ। ਜੇ ਇਤਿਹਾਸ ਵਾਲੇ ਪਾਸੇ ਜਾਣਾ ਤਾਂ ਕਿਤਾਬ ਚਾਹੀਦੀ ਹੈ। ਜੇ IAS IPS ਬਣਨਾ ਤਾਂ ਕਿਤਾਬ ਚਾਹੀਦੀ ਹੈ। ਜੇ ਅਸੀਂ 1984 ਵਰਗੇ ਡਾਂਗਮਾਰ ਸਾਹਿਬ ਦੇ ਕੇਸ ਲੜਨੇ ਤਾਂ ਕਿਤਾਬ ਚਾਹੀਦੀ ਹੈ। ਮੈਂ ਸਮਝਦਾ ਕਿ ਸਾਨੂੰ ਬੜਾ ਰੈਲੇਵੈਂਟ ਸਿੰਬਲ ਮਿਲਿਆ। ਪਰੇਸ਼ਾਨ ਹੋ ਰਹੇ ਨੇ ਵਿਚਾਰੇ, ਉਹਨਾਂ ਨੂੰ ਪਰੇਸ਼ਾਨ ਹੋ ਰਹੇ। ਜੀ, ਮੈਨੂੰ ਜਿਕ ਸਾਹਿਬ ਇੱਥੇ ਇੱਕ ਸਵਾਲ ਯਾਦ ਆ ਗਿਆ। ਤੁਸੀਂ ਜਥੇਦਾਰ ਜੀ ਦੀ ਗੱਲ ਕੀਤੀ ਹੈ, ਜਥੇਦਾਰ ਸੰਜੋਗ ਸਿੰਘ ਜੀ ਦੇ ਉੱਤੇ ਜਿਹੜੇ ਅੱਜ ਸਵਾਲ ਚੱਕੇ ਜਾ ਰਹੇ ਨੇ। ਪਿੱਛੇ ਸਮੇਂ ਦੇਖਿਆ ਗਿਆ ਜਦੋਂ ਤੁਹਾਡੇ ਕੋਲ ਪ੍ਰਧਾਨਗੀ ਸੀ ਤੇ ਇਹੀ ਬੰਦੇ ਸੀਗੇ ਜਿਹੜੇ ਜਥੇਦਾਰ ਸੰਤੋਖ ਸਿੰਘ ਜੀ ਦੀ ਵਡਿਆਈ ਕਰਦੇ ਸੀਗੇ। ਅੱਜ ਕਿਉਂ ਫਿਰ ਸਵਾਲ ਉਠਾਉਂਦੇ ਨੇ ਕਿ ਜਥੇਦਾਰ ਸੰਤੋਖ ਸਿੰਘ ਜੀ ਨੇ ਕੀਤਾ ਕੀ ਹੈ? ਕਦੀ ਮਾਂ ਬਾਦੀ ਤੇ ਕਦੀ ਮਾਂ ਸਵਾਦੀ। ਜਥੇਦਾਰ ਸੰਤੋਖ ਸਿੰਘ ਨੇ ਹਜ਼ਾਰਾਂ ਕਰੋੜ ਰੁਪਏ ਦੀ ਜ਼ਮੀਨਾਂ ਲੈ ਕੇ ਦਿੱਤੀਆਂ। ਮੈਨੂੰ ਇੱਕ ਜਗ੍ਹਾ ਪੱਥਰ ਲੱਗਿਆ ਦਿਖਾ ਦਿਓ ਜਥੇਦਾਰ ਸੰਤੋਖ ਸਿੰਘ ਦਾ। ਇੱਕ ਦਿਨ ਸਰਸਾ ਸਾਹਿਬ ਨੇ ਕਿਹਾ ਸੀਗਾ ਸੰਤੋਖ ਸਿੰਘ ਨੂੰ ਜਾਣਦਾ ਕੌਣ ਹੈ? ਇਹ ਤਾਂ ਮਨਜੀਤ ਨਾਮ ਲੈਂਦਾ, ਉਹਦੇ ਪਿਓ ਨੂੰ ਤਾਂ ਕੋਈ ਨਹੀਂ ਜਾਣਦਾ। ਹਾਂ, ਸਰਸਾ ਸਾਹਿਬ ਦੇ ਪਿਤਾ ਨੂੰ ਜਾਣਦੇ ਨੇ, ਜਿਹੜੇ 3 ਸਾਲ ਕੈਦ ਕੱਟ ਕੇ ਆਏ ਨੇ, ਨਕਲੀ ਕਾਗਜ਼ ਬਣਾ ਕੇ ਵਿਧਵਾ ਦੇ ਪਲਾਟ ਤੇ ਦੂਜਿਆਂ ਦੇ ਪਲਾਟਾਂ 'ਤੇ ਕਬਜ਼ੇ ਕੀਤੇ ਨੇ। ਇਹ ਖਾਨਦਾਨੀ ਕੰਮ ਨੇ ਇਹਨਾਂ ਦੇ। ਮੈਂ ਇਹ ਸਮਝਦਾ ਵਾਂ ਕਿ ਮੈਂ ਇਸ ਡਰਟੀ ਰਾਜਨੀਤੀ 'ਚ ਨਹੀਂ ਜਾਣਾ ਚਾਹੁੰਦਾ। ਜਥੇਦਾਰ ਸੰਤੋਖ ਸਿੰਘ ਨੂੰ ਸਰਟੀਫਿਕੇਟ ਨਾ ਮੇਰੇ ਤੋਂ ਲੈਣ ਦੀ ਲੋੜ ਹੈ, ਨਾ ਤੁਹਾਡੇ ਤੋਂ, ਤੇ ਨਾ ਇਹਨਾਂ ਤੋਂ ਲੈਣ ਦੀ ਲੋੜ ਹੈ। ਦਿੱਲੀ ਦੀ ਸੰਗਤਾਂ ਦੇ ਦਿਲਾਂ ਦੇ ਵਿੱਚ ਲਿਖਿਆ ਹੋਇਆ ਕਿ ਉਹਨਾਂ ਨੇ ਕੀ ਕੀਤਾ। ਜੀ, ਅਖੀਰ ਸਵਾਲ ਜੀ ਸਾਹਿਬ, ਜਿਹੜਾ ਕੋਰ ਬ੍ਰਿਗੇਡ ਦੀ ਤੁਸੀਂ ਗੱਲ ਕੀਤੀ ਹੈ, 46 ਸੀਟਾਂ ਦੇ ਉੱਤੇ ਤੁਸੀਂ ਇੱਕ ਨਵਾਂ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਲੇਡੀਜ਼ ਨੂੰ ਹੀ ਲੜਾਇਆ ਜਾਏਗਾ। ਬਸ ਸ਼ਰਤ ਜਿਹੜੀ ਤੁਸੀਂ ਰੱਖੀ ਹੈ ਕਿ ਧਾਰਮਿਕ ਦੇ ਜਿਹੜੀ ਹੈਗੀ ਆ ਗਿਆਨ ਹੋਣਾ ਚਾਹੀਦਾ, ਗੁਰਬਾਣੀ ਦਾ, ਇਤਿਹਾਸ ਦਾ ਗਿਆਨ ਹੋਣਾ ਚਾਹੀਦਾ। ਤੇ ਇਹ ਫੈਸਲਾ ਕਿਸ ਤਰ੍ਹਾਂ? ਇਸ ਤਰ੍ਹਾਂ ਹੈ ਕਿ ਮੈਨੂੰ ਇਹ ਸਵਾਲ ਕੀਤਾ ਗਿਆ ਸੀਗਾ ਕਿ ਤੁਸੀਂ 15%, 20%, 33% ਕੋਟਾ ਲਾਓਗੇ। ਮੈਂ ਕਿਹਾ ਮੇਰਾ ਕੋਈ ਕੋਟਾ ਨਹੀਂ। ਮੈਨੂੰ ਸਾਰੀ ਸੀਟਾਂ 'ਤੇ ਜੇ ਲੇਡੀਜ਼ ਆਉਂਦੀਆਂ ਹੁਣ ਮੈਂ ਦੇਣ ਨੂੰ ਤਿਆਰ ਹੈਗਾ। ਮੇਰੇ ਵਾਸਤੇ
ਲੇਡੀਜ਼ ਨੂੰ ਪ੍ਰੈਫਰੈਂਸ ਦਿੱਤੀ ਜਾਏਗੀ, ਯੂਥ ਨੂੰ ਪ੍ਰੈਫਰੈਂਸ ਦਿੱਤੀ ਜਾਏਗੀ, ਐਕਸ ਆਰਮੀ ਮੈਨ ਨੂੰ ਪ੍ਰੈਫਰੈਂਸ ਦਿੱਤੀ ਜਾਏਗੀ, ਬੈਂਕਾਂ ਦੇ ਜਾਂ ਵੱਡੀਆਂ ਪੋਸਟਾਂ ਤੋਂ ਰਿਟਾਇਰ ਹੋਏ ਜਿਹੜੇ ਬੰਦੇ ਨੇ ਉਹਨਾਂ ਵਾਸਤੇ ਮੈਂ 60 ਪਲੱਸ ਜਾ ਸਕਦਾ ਵਾਂ ਜੇ ਕੋਈ ਐਸੀ ਮੈਨੂੰ ਕੈਟਾਗਰੀ ਮਿਲਦੀ ਹੋਗੀ। ਨਹੀਂ ਤਾਂ ਮੇਰੀ ਜ਼ਿਆਦਾਤਰ ਬ੍ਰਿਗੇਡ ਯੰਗ ਹੋਏਗੀ, ਭਾਵੇਂ ਉਹ ਬੀਬੀਆਂ 'ਚ ਹੋਵੇ ਭਾਵੇਂ ਉਹ ਸਿੰਘਾਂ 'ਚ ਹੋਵੇ। ਧੰਨਵਾਦ ਜੀ ਕਿ ਸਭ ਗੱਲ ਕਰਨ ਲਈ। ਸੋ ਇਹ ਸਨ ਜਾਗੋ ਪਾਰਟੀ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀਕੇ, ਜਿਨ੍ਹਾਂ ਨੇ ਇਲੈਕਸ਼ਨ ਜਿਹੜੀਆਂ ਚੋਣਾਂ ਆ ਰਹੀਆਂ ਨੇ ਦਿੱਲੀ ਕਮੇਟੀ ਦੀਆਂ ਉਹਨਾਂ ਦੇ ਵਿੱਚ ਜੋ ਪ੍ਰਬੰਧ ਕੀਤੇ ਜਾਣਗੇ, ਕਮੇਟੀ ਜਿਹੜੀ ਬਣਾਈ ਗਈ ਹੈ ਕਿਸ ਤਰ੍ਹਾਂ ਦੇ ਪ੍ਰਬੰਧ ਹੋਣਗੇ। ਇਸ ਵਾਰ EVM ਮਸ਼ੀਨ ਨੂੰ ਲੈ ਕੇ ਵੀ ਜਿਹੜਾ ਵੱਡਾ ਫੈਸਲਾ ਲਿਆ ਜਾ ਸਕਦਾ ਹੈ, ਔਰ ਸਿੱਖ ਵੋਟਾਂ ਜਿਹੜੀਆਂ ਨੇ ਪਿੱਛੇ MLA ਵੋਟਾਂ ਪਈਆਂ ਨੇ ਉਹਨਾਂ ਵਿੱਚੋਂ ਆਈਡੈਂਟੀਫਾਈ ਕਰਕੇ ਜਿਹੜੀ ਹੈ ਸਹੀ ਤੌਰ 'ਤੇ ਵੋਟਾਂ ਪੈਣਗੀਆਂ। ਨਾਲ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਇਲਜ਼ਾਮ ਲਗਾਤਾਰ ਲਗਾਏ ਜਾਂਦੇ ਨੇ ਉਹਨਾਂ 'ਤੇ ਇਹਨਾਂ ਨੇ ਜਵਾਬ ਦਿੱਤਾ ਹੈ ਕਿ ਸਿਰਫ ਇਲਜ਼ਾਮਬਾਜ਼ੀ ਜਿਹੜੀ ਕਰਨੀ ਆਉਂਦੀ, ਲੇਕਿਨ ਕਾਗਜ਼ ਇਹਨਾਂ ਦੇ ਖਿਲਾਫ ਜਿਹੜਾ ਹਾਲੇ ਤੱਕ ਕੋਈ ਸਬੂਤ ਨਹੀਂ ਮਿਲ ਪਾਇਆ। ਸਿਰਫ ਰਾਜਨੀਤੀ ਜਿਹੜੀ ਹੈ ਔਰ ਇਲਜ਼ਾਮ ਲਗਾਉਣੇ ਜਿਹੜਾ ਇਹਨਾਂ ਦਾ ਕੰਮ ਜਿਹੜਾ ਲਗਾਤਾਰ ਚੱਲ ਰਿਹਾ, ਲੇਕਿਨ ਇਹਨਾਂ ਦੇ ਖਿਲਾਫ ਜਿਹੜਾ ਸਬੂਤ ਹਾਲੇ ਤੱਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਕਰ ਰਹੀ ਹੈ। ਨਾਲ ਹੀ ਗਗਨਦੀਪ ਸਿੰਘ ਬਿੰਦਰਾ ਵੱਲੋਂ ਜਿਹੜਾ ਪਿੱਛੇ 400-500 ਕਰੋੜ ਦੇ ਇਲਜ਼ਾਮ ਜਿਹੜੇ ਉਹਨਾਂ 'ਤੇ ਲਗਾਏ ਗਏ, ਇਹਨਾਂ ਦਾ ਸਾਫ਼ ਤੌਰ 'ਤੇ ਕਹਿਣਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਦਾਂ ਦੇ ਬੋਲਣ ਵਾਲੇ ਜਿਹੜੇ ਬੰਦੇ ਬਥੇਰੇ ਰੱਖੇ ਹੋਏ ਨੇ, ਇਹ ਉਹਨਾਂ ਨੂੰ ਬਿਲਕੁਲ ਨਹੀਂ ਜਾਣਦੇ। ਕੈਮਰਾ ਪਰਸਨ ਕਰਨਜੀਤ ਸਿੰਘ ਦੇ ਨਾਲ ਦਵਿੰਦਰ ਸਿੰਘ, D5 ਚੈਨਲ ਪੰਜਾਬੀ, ਦਿੱਲੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।